ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 129ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਤੁਝ ਬਿਨ ਕਵਨ ਰਜਾਵੇ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ ਰਹਾਓ। ਤੁਝ ਬਿਨ ਕਵਨ ਰਜਾਵੇ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ ਰਹਾਓ। ਸਗਲ ਪਿਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕੇ ਉਹੀ। ਸਿਵ ਸਿਵ ਕਰਤ ਸਗਲ ਕਰ ਜੋਰੇ, ਸਰਬ ਮਾਇਆ ਠਾਕਰ ਤੇਰੀ ਦੋਹੀ। ਪਤਿਤ ਪਾਵਨ ਠਾਕਰ ਨਾਮ ਤੁਮਰਾ, ਸੁਖਦਾਈ ਨਿਰਮਲ ਸੀਤ ਲੋਹੀ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸੋ ਗਾਲ ਗਲੋਹੀ। ਪਤਿਤ ਪਾਵਨ ਠਾਕਰ ਨਾਮ ਤੁਮਰਾ, ਸੁਖਦਾਈ ਨਿਰਮਲ ਸਿਤ ਲੋਹੀ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸੋ ਗਾਲ ਗਲੋਹੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ, ਹੇ ਪਰਮੇਸ਼ਰ, ਤੇਰੇ ਤੋਂ ਬਿਨਾਂ ਮੈਨੂੰ ਤੈਨੂੰ ਕੌਣ ਰਜਾਉਣ ਵਾਲਾ ਹੈ ਜੀ। ਭਾਵ ਕੋਈ ਨਹੀਂ ਰਜਾ ਸਕਦਾ, ਖੁਸ਼ ਕਰ ਸਕਦਾ ਜੀ। ਇੰਨੀ ਕਿਸੇ 'ਚ ਸਮਰੱਥਾ ਹੀ ਨਹੀਂ ਹੈ ਜੀ ਕਿ ਤੁਹਾਨੂੰ ਕੋਈ ਰਜਾ ਸਕੇ, ਖੁਸ਼ ਕਰ ਸਕੇ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਤੁਹਾਡਾ ਸੀਤਲ ਸੁੰਦਰ ਸਰੂਪ ਵੇਖ ਕੇ ਇਹ ਸਾਰੀ ਸ੍ਰਿਸ਼ਟੀ ਮੋਹੀ ਗਈ ਹੈ ਜੀ। ਭਾਵ ਇਹ ਸ੍ਰਿਸ਼ਟੀ ਜੋ ਤੁਸੀਂ ਸਾਜੀ ਹੈ ਅਤੇ ਉਸ ਵਿੱਚ ਫਿਰ ਸਾਰੇ ਤਰ੍ਹਾਂ ਦੇ ਮੋਹਣੀਆਂ ਸੋਹਣੀਆਂ ਚੀਜ਼ਾਂ ਰੱਖੀਆਂ ਹਨ, ਉਹ ਵੇਖ ਕੇ ਸਾਰੇ ਜਣੇ ਹੀ ਮੋਹੇ ਗਏ ਹਨ ਜੀ। ਸਾਰੀ ਸ੍ਰਿਸ਼ਟੀ ਮੋਹੀ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਸੁਰਗ ਪਿਆਲ ਮਿਰਤ ਭੂ ਮੰਡਲ, ਭਾਵ ਪਤਾਲ, ਆਕਾਸ਼, ਮਾਤਲੋਕ ਅਤੇ ਧਰਤੀ ਉੱਤੇ ਸਾਰੇ ਮੰਡਲਾਂ ਭਾਵ ਬ੍ਰਹਿਮੰਡ ਵਿੱਚ, ਸ੍ਰਿਸ਼ਟੀ ਵਿੱਚ ਉਹੀ ਇੱਕ ਭਾਵ ਕੇਵਲ ਅਤੇ ਕੇਵਲ ਪਰਮੇਸ਼ਰ ਹੀ ਸਮਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਰੂਪ ਠਾਕਰ, ਸਾਰੇ ਤੁਹਾਨੂੰ ਸਿਵ ਸਿਵ ਰੂਪ ਭਾਵ ਕਲਿਆਣ ਸਰੂਪ, ਕਲਿਆਣਕਾਰੀ ਕਹਿੰਦੇ ਹਨ ਜੀ। ਅਤੇ ਹੱਥ ਜੋੜਦੇ ਹਨ ਜੀ ਅਤੇ ਇਹ ਦੁਹਾਈ ਦਿੰਦੇ ਹਨ ਜੀ। ਅਤੇ ਇਹ ਕਹਿੰਦੇ ਹਨ ਜੀ ਕਿ ਸਾਨੂੰ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਰੂਪ ਪਰਮੇਸ਼ਰ ਦੇ ਗੁਣਾਂ ਅਤੇ ਲਗਾਓ ਅਤੇ ਆਪਣੀ ਮਿਹਰ ਕਿਰਪਾ ਕਰੋ ਜੀ। ਭਾਵ ਪਰਮੇਸ਼ਰ ਅੱਗੇ ਇਹ ਅਰਦਾਸ ਕਰਨੀ ਕਿ ਪਰਮੇਸ਼ਰ ਆਪਣੀ ਮਿਹਰ ਕਿਰਪਾ ਸਾਡੇ 'ਤੇ ਕਰੋ ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜ ਸਕੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਠਾਕਰ, ਪਤਿਤ ਪਾਵਨ ਠਾਕਰ ਨਾਮ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਪਤਿਤ ਪਵਿੱਤਰ ਨਿਰਮਲ ਕਰਦਾ ਹੈ ਜੀ। ਭਾਵ ਇਹ ਹਿਰਦੇ ਨੂੰ ਨਿਰਮਲ ਕਰਦਾ ਹੈ ਜੀ ਅਤੇ ਦੁਖੀਆਂ ਨੂੰ ਨਿਰਮਲ ਸੁੱਖ ਦੇਣ ਵਾਲਾ ਹੈ ਜੀ ਅਤੇ ਤਪਤਿਆਂ ਨੂੰ ਭਾਵ ਵਿਕਾਰਾਂ ਵਿੱਚ ਫਸਿਆਂ ਵਾਲਿਆਂ ਨੂੰ ਸੀਤਲ ਕਰਨ ਵਾਲਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਵਿਕਾਰਾਂ 'ਤੇ ਕਾਬੂ ਪਾ ਕੇ ਤਨ ਮਨ ਹਿਰਦਾ ਸੀਤਲ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਠਾਕਰ, ਜੋ ਤੇਰੇ ਸੰਤਾਂ ਨਾਲ ਸਾਧ ਸੰਗਤ ਨਾਲ ਮਿਲ ਬੈਠ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਤੁਹਾਡੇ ਗੁਣ ਗਾਉਂਦੇ ਹਨ ਜੀ, ਸਾਡੇ ਵਾਸਤੇ ਇਹੀ ਗਿਆਨ ਧਿਆਨ ਦੀ ਭਾਵ ਸਾਰੀ
ਇਹੀ ਵਡਿਆਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਪਰਮੇਸ਼ਰ ਦੀ ਅਦਭੁਤ ਸੁੰਦਰਤਾ, ਜਿਹੜੀ ਕਿ ਸਰਵ ਵਿਆਪਕ ਹੈ ਅਤੇ ਜਿਸ ਉੱਤੇ ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ, ਜਗਤ ਡੁੱਲ ਡੁੱਲ ਕੇ ਪੈਂਦਾ ਹੈ, ਉਸ ਦਾ ਇਹ ਰਹੱਸਮਈ ਵਰਣਨ ਕੀਤਾ ਹੈ ਜੀ। ਇਹ ਰਹਾਉ ਦੀ ਪੰਕਤੀ ਮਗਰੋਂ ਉਸ ਪਰਮੇਸ਼ਰ ਦੀ ਮਹਾਨ ਦਿਆਲਤਾ ਨੂੰ ਅੰਕਿਤ ਕੀਤਾ ਹੈ ਜੀ, ਜਿਸ ਦੀ ਦੁਹਾਈ ਸਾਰੇ ਜਗਤ ਸੰਸਾਰ ਵਿੱਚ ਪੈ ਰਹੀ ਹੈ ਜੀ। ਗੁਰੂ ਜੀ ਦੱਸਦੇ ਹਨ ਕਿ ਹੇ ਪਰਮੇਸ਼ਰ, ਤੁਸੀਂ ਇਸ ਧਰਤੀ ਤੇ ਆਕਾਸ਼ ਭਾਵ ਸ੍ਰਿਸ਼ਟੀ ਬ੍ਰਹਿਮੰਡ ਦੇ ਮਾਲਕ ਹੋ ਜੀ, ਅਤੇ ਇਸ ਸ੍ਰਿਸ਼ਟੀ ਦੇ ਸਾਰੇ ਬ੍ਰਹਿਮੰਡ ਵਿੱਚ ਤੁਸੀਂ ਹਰ ਪਾਸੇ, ਹਰ ਜਗ੍ਹਾ, ਹਰ ਵੇਲੇ, ਹਰ ਇੱਕ ਦੇ ਅੰਦਰ ਇੱਕ ਸਮਾਨ ਸਮਾਏ ਹੋਏ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੇਸਾ ਕੋਈ ਪ੍ਰਸੰਨ ਨਹੀਂ ਕਰ ਸਕਦਾ ਜੀ। ਕੌਣ ਪ੍ਰਸੰਨ ਕਰ ਸਕਦਾ ਹੈ ਜੀ? ਕਿਉਂਕਿ ਪਰਮੇਸ਼ਰ ਤੋਂ ਵੱਧ ਸੁੰਦਰਤਾ ਵਾਲਾ ਹੋਵੇ ਤਾਂ ਉਸ ਨੂੰ ਰਜਾਈਏ ਜੀ, ਪਰ ਨਹੀਂ ਹੈ ਜੀ, ਕੋਈ ਭਗਤ ਨਹੀਂ ਹੈ ਜੀ। ਪਰ ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ, ਤੁਹਾਡੇ ਨਾਲ, ਤੁਹਾਡੀ ਸੁੰਦਰਤਾ ਨਾਲ ਆਪਣੇ ਵਿਕਾਰਾਂ ਨੂੰ ਕਾਬੂ 'ਚ ਪਾ ਕੇ ਅਸੀਂ ਤੁਹਾਡੀ ਸੁੰਦਰਤਾ, ਤੁਹਾਡੇ ਨਾਲ ਇੱਕਮਿਕ ਹੋ ਸਕਦੇ ਹਾਂ ਜੀ, ਅਤੇ ਸੁੰਦਰਤਾ ਦਾ ਰਾਜ ਪਹਿਚਾਨ ਸਕਦੇ ਹਾਂ ਜੀ। ਕਿਉਂਕਿ ਅਗਰ ਪਰਮੇਸ਼ਰ ਨਾਲ ਇੱਕਮਿਕ ਹੋਵਾਂਗੇ ਤੇ ਫਿਰ ਰਾਜ ਕਿਸ ਤਰ੍ਹਾਂ ਦਾ? ਫਿਰ ਅਸੀਂ ਉਸ ਪਰਮੇਸ਼ਰ ਦਾ ਹੀ ਇੱਕ ਹਿੱਸਾ ਹਾਂ ਜੀ। ਫਿਰ ਤੇਰ ਮੇਰ ਕਾਹਦੀ ਜੀ? ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਪੇਜ 93 ਤੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਫਿਰ ਪਰਮੇਸ਼ਰ 'ਚ ਤੇ ਗੁਰਮੁਖਾਂ 'ਚ ਕੋਈ ਅੰਤਰ ਨਹੀਂ ਜੀ, ਕਿਉਂਕਿ ਉਹ ਤੇ ਪਾਰਟ ਆਫ ਪਰਮੇਸ਼ਰ ਦਾ ਹੀ ਇੱਕ ਅੰਸ਼ ਹਨ ਜੀ, ਜੋ ਕਿ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਸ ਦੀ ਸੋਝੀ ਮਿਲਦੀ ਹੈ ਜੀ, ਜੋ ਕਿ ਵਿਕਾਰਾਂ 'ਤੇ ਕਾਬੂ ਪਾ ਕੇ ਆਪਣੇ ਹਿਰਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਸਾ ਕੇ ਗੁਰਮਤਿ ਧਾਰਨ ਕਰਕੇ ਸੰਭਵ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਨਾਮ ਸਿਮਰਨ ਦੀ ਨਿਰਮਲ ਪਵਿੱਤਰ ਸੋਭਾ ਦਾ ਵਰਣਨ ਇਸ ਸ਼ਬਦ ਵਿੱਚ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਸੀਂ ਇਹ ਜਗਤ ਜਲੰਦਾ, ਜੋ ਕਿ ਭਾਵ ਵਿਕਾਰਾਂ ਨਾਲ ਭਰਿਆ ਪਿਆ ਹੈ ਜੀ, ਵਿਕਾਰਾਂ 'ਤੇ ਪਾ ਕੇ ਅਸੀਂ ਸਾਡੇ ਅੰਦਰ ਜੋ ਮਾਇਆਵੀ ਹੰਕਾਰ ਹਨ ਜੀ, ਉਸ ਨਾਲੋਂ ਸੀਤਲ ਹੋ ਸਕਦੇ ਹਾਂ ਜੀ, ਅਸੀਂ ਉਸ ਨਾਲੋਂ ਕਾਬੂ ਵਿੱਚ ਆ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਤ ਰੂਪ ਰਾਮ ਹੈ ਇੱਕੋ, ਭਾਵ ਫਿਰ ਤੇ ਕੋਈ ਫਰਕ ਨਹੀਂ ਹੈ ਗੁਰਮੁਖ 'ਚ ਤੇ ਪਰਮੇਸ਼ਰ 'ਚ, ਕਿਉਂਕਿ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸੰਤ ਰਾਮ ਪਰਮੇਸ਼ਰ ਦਾ ਹੀ ਇੱਕ ਹਿੱਸਾ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੇਰੇ ਸਾਧ ਸੰਗਤਾਂ ਨਾਲ ਤੇਰੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੋ ਗੁਣ ਗਾਏ ਹਨ, ਗੱਲਬਾਤ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੇ ਲਈ ਉਹੀ ਤੁਹਾਡੇ ਗਿਆਨ ਤੇ ਧਿਆਨ ਦੀ ਪ੍ਰਾਪਤੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਸ ਪਰਮੇਸ਼ਰ ਦੀ ਅਤੇ ਆਪਣੇ ਮੂਲ ਦੀ ਪਹਿਚਾਣ ਹੁੰਦੀ ਹੈ ਜੀ।
ਪਰਮੇਸ਼ਰ ਦੇ ਹੁਕਮ ਦੀ ਸਮਝ ਆਉਂਦੀ ਹੈ ਜੀ, ਅਤੇ ਪਰਮੇਸ਼ਰ ਦੇ ਦਿਆਲਤਾ ਦੀ, ਸੁੰਦਰ ਸਰੂਪ ਦੀ, ਸ਼ੀਤਲਤਾ ਦੀ, ਪਵਿੱਤਰਤਾ ਦੀ ਸਮਝ ਆਉਂਦੀ ਹੈ ਜੀ। ਆਓ ਅਸੀਂ ਸਾਰੇ ਰਲ ਕੇ ਅਰਦਾਸ ਬੇਨਤੀ ਕਰੀਏ, ਵਾਹਿਗੁਰੂ ਸਾਨੂੰ ਵੀ ਆਪਣੇ ਚਰਨਾਂ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੋੜ ਲੈਣ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।